ਹੈਲੋ ਫਰੈਂਡਸ, ਦਿਸ ਇਜ਼ ਹਰਵਿੰਦਰ ਸਿੰਘ ਐਂਡ ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 9ਵੀਂ ਜਮਾਤ ਦੀ ਵੰਨਗੀ ਪੁਸਤਕ ਵਿੱਚੋਂ ਈਸ਼ਵਰ ਚੰਦਰ ਨੰਦਾ ਜੀ ਦੀ ਲਿਖੀ ਇਕਾਂਗੀ ਜਿਸ ਦਾ ਨਾਮ ਹੈ ਮੌਨਤਾਰੀ। ਤੇ ਦੋਸਤੋ, ਸਭ ਤੋਂ ਪਹਿਲਾਂ ਸਾਨੂੰ ਇਕਾਂਗੀ ਦਾ ਅਰਥ ਪਤਾ ਹੋਣਾ ਚਾਹੀਦਾ ਹੈ। ਇਕਾਂਗੀ ਸ਼ਬਦ ਦੋ ਸ਼ਬਦ ਇੱਕ ਤੇ ਅੰਗ ਦੇ ਸੁਮੇਲ ਤੋਂ ਬਣਿਆ, ਤੇ ਇਸ ਕਰਕੇ ਇਕਾਂਗੀ ਦਾ ਅਰਥ ਹੈ ਇੱਕ ਅੰਗ ਵਾਲਾ ਛੋਟਾ ਜਿਹਾ ਨਾਟਕ। ਤੇ ਮੌਨਤਾਰੀ ਦਾ ਕੀ ਅਰਥ ਹੈ? ਮੌਨਤਾਰੀ ਦਾ ਅਰਥ ਹੈ ਮੌਨ ਧਾਰਨ ਕਰਨ ਵਾਲਾ। ਤੇ ਮੌਨ ਧਾਰਨਾ ਦਾ ਕੀ ਮਤਲਬ ਹੈ? ਮੌਨ ਧਾਰਨਾ ਦਾ ਮਤਲਬ ਹੈ ਚੁੱਪ ਰਹਿਣਾ। ਤੇ ਇਸ ਇਕਾਂਗੀ ਵਿੱਚ ਇੱਕ ਪਾਤਰ ਹੈ ਜੋ ਕਿ ਸ਼ੁਰੂ ਤੋਂ ਲੈ ਕੇ ਅੰਤ ਤੱਕ ਚੁੱਪ ਰਹਿੰਦਾ ਹੈ ਤੇ ਅੰਤ ਵਿੱਚ ਹੀ ਥੋੜਾ ਜਿਹਾ ਬੋਲਦਾ ਹੈ, ਤੇ ਇਸ ਕਰਕੇ ਇਸ ਇਕਾਂਗੀ ਦਾ ਨਾਮ ਹੈ ਮੌਨਤਾਰੀ। ਤੇ ਹੁਣ ਅਸੀਂ ਗੱਲ ਕਰਾਂਗੇ ਇਸ ਇਕਾਂਗੀ ਦੇ ਪਾਤਰਾਂ ਦੀ। ਤੇ ਪਹਿਲੀ ਪਾਤਰ ਹੈ ਰਾਮ ਪਿਆਰੀ। ਉਹ ਇੱਕ ਅਧਖੜ ਉਮਰ ਦੀ ਤੀਵੀ ਹੈ, ਜਿਸ ਦਾ ਅਰਥ ਹੈ ਕਿ ਉਹ ਇੱਕ ਮਿਡਲ ਏਜ ਵੂਮਨ ਹੈ। ਤੇ ਉਸਦੇ ਪਤੀ ਦਾ ਨਾਮ ਹੈ ਹਰੀਚੰਦ, ਜਿਸ ਦੀ ਉਮਰ ਹੈ 60 ਸਾਲ। ਤੇ ਉਸਦੀ ਸਿਹਤ ਕਾਫੀ ਖਰਾਬ ਰਹਿੰਦੀ ਹੈ, ਉਸਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ। ਤੇ ਤੀਜਾ ਪਾਤਰ ਹੈ ਇਸ ਇਕਾਂਗੀ ਦਾ ਮਦਨ ਲਾਲ, ਜਿਸ ਦੀ ਉਮਰ ਹੈ 30-32 ਸਾਲ। ਉਹ ਰਾਮ ਪਿਆਰੀ ਦਾ ਭਣੇਵਾ ਹੈ, ਜਿਸ ਦਾ ਅਰਥ ਹੈ ਕਿ ਰਾਮ ਪਿਆਰੀ ਦੀ ਭੈਣ ਗਿਆਨੋ ਦਾ ਪੁੱਤਰ ਹੈ। ਅਗਲਾ ਪਾਤਰ ਹੈ ਕਿਸ਼ੋਰ ਚੰਦ, ਜੋ ਕਿ ਰਾਮ ਪਿਆਰੀ ਅਤੇ ਹਰੀਚੰਦ ਦਾ ਪੁੱਤਰ ਹੈ। ਉਸ ਦੀ ਉਮਰ ਹੈ 30 ਸਾਲ। ਤੇ ਇਸ ਤੋਂ ਇਲਾਵਾ ਦੋ ਹੋਰ ਪਾਤਰ ਹੈਗੇ ਹਨ ਜਿਹੜੇ ਕਿ ਸਾਧੂ ਹਨ। ਇੱਕ ਸਾਧੂ ਮਾੜਾ ਜਿਹਾ ਸੁਕੜਾ ਜਿਹਾ, ਜੋ ਕਿ ਮੌਨਤਾਰੀ ਹੈ। ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਚੁੱਪ ਰਹਿੰਦਾ ਹੈ ਤੇ ਅੰਤ ਵਿੱਚ ਹੀ ਥੋੜਾ ਜਿਹਾ ਬੋਲਦਾ ਹੈ। ਤੇ ਦੂਜਾ ਸਾਧੂ ਹੈ ਹੱਟਾ ਕੱਟਾ ਤੇ ਕਾਫੀ ਜ਼ਿਆਦਾ ਚੁਸਤ ਚਲਾਕ ਹੈ। ਤੇ ਹੁਣ ਅਸੀਂ ਇਸ ਇਕਾਂਗੀ ਦੇ ਸ਼ੁਰੂ ਵਿੱਚ ਅਸੀਂ ਇਹ ਦੇਖਾਂਗੇ ਕਿ ਹਰੀਚੰਦ ਹੈ ਉਹ ਘਰੋਂ ਬਾਹਰ ਜਾ ਰਿਹਾ, ਤੇ ਰਾਮ ਪਿਆਰੀ ਉਸਨੂੰ ਪਿੱਛੋਂ ਆਵਾਜ਼ ਮਾਰ ਕੇ ਪੁੱਛਦੀ ਹੈ ਕਿ ਕਿੱਥੇ ਚੱਲਿਓ। ਤੇ ਉਹ ਗੁੱਸੇ ਨਾਲ ਬੋਲਦਾ ਕਿ ਟੱਠੇ ਖੂਹ ਵਿੱਚ ਚੱਲਿਆ। ਤੇ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਪਿੱਛੋਂ ਆਵਾਜ਼ ਨਾ ਮਾਰਿਆ ਕਰ। ਤੇ ਉਹ ਕਹਿੰਦਾ ਕਿ ਮੈਂ ਡਾਕਟਰ ਕੋਲ ਜਾ ਰਿਹਾ। ਤੇ ਉਸ ਤੋਂ ਬਾਅਦ ਹਰੀਚੰਦ ਹੈ ਉਹ ਚਲਾ ਜਾਂਦਾ। ਤੇ ਇੱਕ ਛੋਕਰਾ ਇੱਕ ਕੁਲੀ ਆਉਂਦਾ ਤੇ ਪੁੱਛਦਾ 14 ਨੰਬਰ ਕੁਆਟਰ ਇਹੀ ਹੈ? 14 ਨੰਬਰ ਕੁਆਟਰ ਹੈ ਰਾਮ ਪਿਆਰੀ ਦਾ ਘਰ। ਤੇ ਉਹ ਰਾਮ ਪਿਆਰੀ ਕਹਿੰਦੀ ਹੈ ਕਿ ਹਾਂ। ਤੇ ਉਹ ਨਿੱਕੀ ਜਿਹੀ ਟਰੰਕੀ ਦਾ ਅਰਥ ਹੁੰਦਾ ਲੋਹੇ ਦਾ ਬਾਕਸ। ਉਹ ਇੱਕ ਲੋਹੇ ਦਾ ਬਾਕਸ ਉਤਾਰ ਕੇ ਵਰਾਂਡੇ ਵਿੱਚ ਰੱਖ ਦਿੰਦਾ, ਫਿਰ ਚਲਾ ਜਾਂਦਾ। ਤੇ ਉਸ ਤੋਂ ਬਾਅਦ ਆਉਂਦਾ ਮਦਨ, ਤੇ ਉਹ ਆਪਣੀ ਮਾਸੀ ਦੇ ਘਰ ਆਉਂਦਾ, ਰਾਮ ਪਿਆਰੀ ਦੇ ਘਰ ਆਉਂਦਾ ਤੇ ਕਹਿੰਦਾ ਕਿ ਮਾਸੀ ਜੀ ਨਮਸਤੇ। ਤੇ ਹੁਣ ਜਦੋਂ ਮਦਨ ਆਉਂਦਾ ਤੇ ਉਸਦਾ ਹੁਲੀਆ ਅਸੀਂ ਦੇਖਦੇ ਹਾਂ ਕਿ ਕਾਫੀ ਵਿਗੜਿਆ ਹੋਇਆ, ਕਿ ਜਿਹੜੀ ਕਮੀਜ਼ ਦਾ ਉੱਪਰਲਾ ਬਟਨ ਹੈ ਉਹ ਟੁੱਟਿਆ ਹੋਇਆ ਹੈ, ਤੇ ਪਗੜੀ ਬਹੁਤ ਸਾਫ਼ ਨਹੀਂ ਹੈ। ਪੱਗ ਦੇ ਵੱਲਾਂ ਵਿੱਚੋਂ ਸਿਰ ਤੇ ਬੰਨੀ ਹੋਈ ਪੱਟੀ ਦਿਖਾਈ ਦਿੰਦੀ ਹੈ, ਜਿਸ ਦਾ ਅਰਥ ਹੈ ਕਿ ਮਦਨ ਦੇ ਸਿਰ ਤੇ ਸੱਟ ਲੱਗੀ ਹੋਈ ਹੈ। ਤੇ ਮਦਨ ਆਪਣੀ ਮਾਸੀ ਨੂੰ ਕਹਿੰਦਾ ਕਿ 3-4 ਮਹੀਨੇ ਹੋ ਗਏ ਮੈਨੂੰ ਘਰੋਂ ਨਿਕਲੇ ਹੋਏ, ਵੀ 3-4 ਮਹੀਨੇ ਦਾ ਉਹ ਘਰੋਂ ਨਿਕਲਿਆ ਹੋਇਆ। ਤੇ ਹੁਣ ਗੱਲ ਕੀ ਹੈ, ਅਸਲੀ ਗੱਲ ਕੀ ਹੈ ਕਿ 3-4 ਮਹੀਨੇ ਤੋਂ ਕਿਉਂ ਨਿਕਲਿਆ ਹੋਇਆ? ਤੇ ਉਸ ਦਾ ਕਾਰਨ ਹੈ ਕਿ ਮਦਨ ਅਤੇ ਕਲਰਕ ਭੂਸ਼ਣ ਇੱਕ ਦਫ਼ਤਰ ਵਿੱਚ ਇਕੱਠੇ ਕੰਮ ਕਰਦੇ ਸਨ। ਤੇ ਹੁਣ ਕੀ ਹੋਇਆ ਕਿ ਉਸ ਦਫ਼ਤਰ ਵਿੱਚ ਤੇ ਉਹਨਾਂ ਨੇ ਮਿਲ ਕੇ, ਮਦਨ ਅਤੇ ਕਲਰਕ ਭੂਸ਼ਣ ਨੇ ਮਿਲ ਕੇ 48,000 ਦਾ 48,000 ਦਾ ਗਬਨ ਕੀਤਾ। ਗਬਨ ਕਰਨਾ ਦਾ ਅਰਥ ਹੈ ਪੈਸਿਆਂ ਦੀ ਹੇਰਾਫੇਰੀ ਕੀਤੀ, ਘਪਲਾ ਕੀਤਾ 48,000 ਰੁਪਏ ਦਾ। ਤੇ ਮਦਨ ਆਪਣੀ ਮਾਸੀ ਨੂੰ ਕਹਿੰਦਾ ਕਿ ਉਹ ਕਲਰਕ ਭੂਸ਼ਣ ਦੀਆਂ ਗੱਲਾਂ ਵਿੱਚ ਆ ਗਿਆ। ਉਸਨੇ ਕਿਹਾ ਸੀ ਕਿ ਉਹ ਅੱਧੇ ਪੈਸੇ ਦੇਵੇਗਾ, ਤੇ ਫਿਰ ਉਹ ਲਾਲਚ ਵਿੱਚ ਆ ਗਿਆ, ਫਿਰ ਉਸਨੇ ਗਬਨ ਕੀਤਾ। ਤੇ ਹੁਣ ਜਿਹੜਾ ਭੂਸ਼ਣ ਹੈ ਉਹ ਫੜਿਆ ਗਿਆ, ਤੇ ਭੂਸ਼ਣ ਨੇ ਉਸਦੇ ਪਿੱਛੇ, ਮਦਨ ਦੇ ਪਿੱਛੇ ਪੁਲਿਸ ਲਗਾ ਦਿੱਤੀ ਹੈ। ਤੇ ਹੁਣ ਮਦਨ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ, ਤੇ ਉਹ ਪੁਲਿਸ ਤੋਂ ਲੁਕਿਆ ਫਿਰਦਾ, ਬਚਿਆ ਫਿਰਦਾ। ਤੇ ਹੁਣ ਥੋੜੀ ਦੇਰ ਬਾਅਦ ਹਰੀਚੰਦ ਦਵਾਈ ਲੈ ਕੇ ਵਾਪਸ ਆ ਜਾਂਦਾ। ਤੇ ਰਾਮ ਪਿਆਰੀ ਉਸ ਤੋਂ ਪੁੱਛਦੀ ਹੈ ਵੀ ਕਿਹੜੀਆਂ ਬਿਮਾਰੀਆਂ ਦੱਸੀਆਂ ਡਾਕਟਰ ਨੇ? ਤੇ ਹਰੀਚੰਦ ਕਹਿੰਦਾ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ, ਜਿਵੇਂ ਕਿ ਦਿਲ ਦੀ ਖਰਾਬੀ, ਖੂਨ ਦੀ ਕਮੀ, ਦਿਲ ਦੀ ਧੜਕਣ, ਫੇਫੜੇ ਖਰਾਬ, ਬਾਰਾਮਾਸੀ ਜ਼ੁਕਾਮ। ਤੇ ਡਾਕਟਰ ਨੇ ਇਹ ਵੀ ਕਿਹਾ ਕਿ ਜੇ ਦਵਾਈ ਨਾਲ ਆਰਾਮ ਨਾ ਆਵੇ ਤੇ ਕਈ ਤਰ੍ਹਾਂ ਦੇ ਟੈਸਟ ਹੈ ਕਰਵਾਉਣੇ ਪੈਣੇ ਹਨ, ਜਿਵੇਂ ਕਿ ਖੂਨ ਦਾ ਟੈਸਟ, ਥੁੱਕ ਦਾ ਟੈਸਟ। ਤੇ ਰਾਮ ਪਿਆਰੀ ਕਹਿੰਦੀ ਹੈ ਕਿ ਡਾਕਟਰ ਤੁਹਾਨੂੰ ਭਰਮ ਵਿੱਚ ਪਾਉਂਦੇ ਨੇ, ਤੁਸੀਂ ਵੈਦ ਕੋਲ ਜਾਓ। ਤੇ ਉਸ ਤੋਂ ਬਾਅਦ ਕੀ ਹੁੰਦਾ? ਹਰੀਚੰਦ ਨੂੰ ਰਾਮ ਪਿਆਰੀ ਮਦਨ ਬਾਰੇ ਦੱਸਦੀ ਹੈ ਕਿ ਮਦਨ ਆਇਆ ਹੋਇਆ, ਤੇ ਉਸਦੀ ਗੱਲ ਵੀ ਦੱਸਦੀ ਹੈ ਕਿ ਉਸਨੇ ਪੈਸਿਆਂ ਦਾ ਗਬਨ ਵੀ ਕੀਤਾ ਹੋਇਆ ਤੇ ਉਸਦੇ ਪਿੱਛੇ ਪੁਲਿਸ ਲੱਗੀ ਹੋਈ ਹੈ। ਤੇ ਦੋਵੇਂ ਪਤੀ ਪਤਨੀ ਰਾਮ ਪਿਆਰੀ ਅਤੇ ਹਰੀਚੰਦ ਮਿਲ ਕੇ ਇਹ ਸਲਾਹ ਕਰਦੇ ਹਨ ਕਿ ਉਹਨਾਂ ਦੇ ਪੁੱਤਰ ਕਿਸ਼ੋਰ ਨੂੰ ਇਹ ਗੱਲ ਨਹੀਂ ਦੱਸਾਂਗੇ ਤੇ ਮਦਨ ਨੂੰ ਸਵੇਰੇ ਹੀ ਤੋਰ ਦੇਵਾਂਗੇ। ਤੇ ਥੋੜੀ ਦੇਰ ਬਾਅਦ ਕੀ ਹੁੰਦਾ ਕਿ ਥੋੜੀ ਦੇਰ ਬਾਅਦ ਦੋ ਸਾਧੂ ਆਉਂਦੇ ਹਨ। ਇੱਕ ਮਾੜਾ ਜਿਹਾ ਸੁੱਕਾ ਜਿਹਾ ਮੌਨਤਾਰੀ ਹੁੰਦਾ ਹੈ, ਤੇ ਦੂਜਾ ਹੱਟਾ ਕੱਟਾ ਚੁਸਤ ਚਲਾਕ। ਤੇ ਦੋਵੇਂ ਸਾਧੂ ਆ ਕੇ ਜ਼ਮੀਨ ਤੇ ਬੈਠ ਜਾਂਦੇ ਹਨ। ਤੇ ਰਾਮ ਪਿਆਰੀ ਸਾਧੂਆਂ ਦਾ ਸਤਿਕਾਰ ਕਰਦੀ ਹੈ ਤੇ ਉਹਨਾਂ ਨੂੰ ਫਲ ਖਾਣ ਲਈ ਦਿੰਦੀ ਹੈ। ਤੇ ਸਾਧੂ ਕਹਿੰਦਾ ਕਿ ਤੁਹਾਡੇ ਘਰ ਵਿੱਚ ਕਾਫੀ ਕਲੇਸ਼ ਹੈ। ਰਾਮ ਪਿਆਰੀ ਕਹਿੰਦੀ ਹੈ ਕਿ ਉਹਨਾਂ ਦਾ ਸਰੀਰ ਕਾਫੀ ਡਿੱਗ ਪਿਆ, ਜਿਸ ਦਾ ਅਰਥ ਹੈ ਕਿ ਹਰੀਚੰਦ ਦੀ ਸਿਹਤ ਕਾਫੀ ਖਰਾਬ ਹੈ। ਤੇ ਸਾਧੂ ਕਹਿੰਦਾ ਕਿ ਮਹਾਰਾਜ ਕੌਣ ਹੈ? ਮੌਨਤਾਰੀ। ਕਿ ਮੌਨਤਾਰੀ ਬਾਰੇ ਕਹਿ ਰਿਹਾ ਕਿ ਅੱਜ ਤੋਂ 10ਵੇਂ ਦਿਨ ਮੌਨ ਖੁੱਲੇਗਾ, ਅੱਜ ਤੋਂ 10ਵੇਂ ਦਿਨ ਗੱਲ ਕਰੇਗਾ, ਤੇ ਉਹ ਜਿਸ ਕਾਰਜ ਵੱਲ ਧਿਆਨ ਦੇਵੇਗਾ ਉਹ ਸਿੱਧ ਹੋ ਜਾਵੇਗਾ। ਤੇ ਉਸ ਤੋਂ ਬਾਅਦ ਹਰੀਚੰਦ ਆ ਜਾਂਦਾ। ਹਰੀਚੰਦ ਦਾ ਸੁਭਾਅ ਥੋੜਾ ਜਿਹਾ ਮਜ਼ਾਕੀਆ, ਤੇ ਉਹ ਸਾਧੂਆਂ ਨਾਲ ਥੋੜਾ ਜਿਹਾ ਮਖੌਲ ਕਰਦਾ, ਤੇ ਉਹ ਆਪਣੀ ਬਿਮਾਰੀਆਂ ਬਾਰੇ ਦੱਸਦਾ। ਤੇ ਸਾਧੂ ਨੂੰ ਬਿਮਾਰੀ ਬਾਰੇ ਪਤਾ ਲੱਗਦਾ। ਤੇ ਸਾਧੂ ਕਹਿੰਦਾ ਕਿ ਤੁਸੀਂ ਵਿਲਾਇਤੀ ਔਸ਼ਧੀ ਖਾਂਦੇ ਹੋ, ਜਿਸ ਦਾ ਅਰਥ ਹੈ ਕਿ ਤੁਸੀਂ ਅੰਗਰੇਜ਼ੀ ਦਵਾਈ ਖਾਂਦੇ ਹੋ। ਤੇ ਉਹ ਕਹਿੰਦਾ ਕਿ ਉਹ ਗਰਮ ਹੁੰਦੀ ਹੈ, ਖੁਸ਼ਕ ਹੁੰਦੀ ਹੈ, ਉਸ ਨਾਲ ਤੁਹਾਡੀ ਸਿਹਤ ਨੂੰ ਲਾਭ ਨਹੀਂ ਹੋਵੇਗਾ। ਤੇ ਮਹਾਤਮਾ ਕੌਣ ਹੈ? ਮੌਨਤਾਰੀ। ਤੇ ਮਹਾਤਮਾ ਤੁਹਾਨੂੰ ਔਸ਼ਧੀ ਦੇਣਗੇ ਤੇ ਤੁਹਾਡੀ ਕਾਇਆ ਕਲਪ ਹੋ ਜਾਵੇਗੀ। ਤੇ ਉਹ ਦਵਾਈ ਇਹਨਾਂ ਨੇ ਨਾਰਾਇਣਗੜ੍ਹ ਦੇ ਠਾਕੁਰ ਸਾਹਿਬ ਲਈ ਬਣਾਈ ਸੀ ਵੀ ਮਹਾਤਮਾ ਤੁਹਾਨੂੰ ਦੇਸੀ ਦਵਾਈ ਦੇਣਗੇ ਤੇ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
ਤੇ ਸਾਧੂ ਇਹ ਵੀ ਕਹਿੰਦਾ ਕਿ 100 ਰੋਗਾਂ ਦੇ 100 ਰੋਗਾਂ ਦਾ ਇੱਕੋ ਹੀ ਇਲਾਜ ਹੈ ਵੀ 100 ਰੋਗਾਂ ਦਾ ਇੱਕੋ ਹੀ ਦਵਾ ਤੇ ਉਹ ਦਵਾ ਹੈ ਦਾਨ। ਤੇ ਹੁਣ ਉਸ ਤੋਂ ਬਾਅਦ ਹਰੀ ਚੰਦ ਮਜ਼ਾਕ ਵਿੱਚ ਮਖੌਲ ਵਿੱਚ ਕਹਿੰਦਾ ਕਿ ਗਰੀਬ ਬੰਦਾ पेट पाले डॉक्टर ਨੂੰ ਦਵੇ ਜਾਂ ਦਾਨ ਕਰੇ। ਤੇ ਸਾਧੂ ਕਹਿੰਦਾ ਚਿੜੀ ਚੋਂਚ ਭਰ ਲੈ ਗਈ ਨਦੀ ਨਾ ਕਟਿਓ ਨੀਰ ਦਾਨ ਦੀਏ ਤਨ ਨਾ ਕਟੇ ਕਹਿ ਗਏ ਭਗਤ ਕਬੀਰ। ਤੇ ਇਹ ਇੱਕ ਦੋਹਾ ਬੋਲਦਾ ਤੇ ਇਸ ਦਾ ਕੀ ਅਰਥ ਹੈ? ਤੇ ਇਸ ਦਾ ਅਰਥ ਹੈ ਕਿ ਚਿੜੀ ਹੈ ਉਹ ਨਦੀ ਵਿੱਚੋਂ ਚੋਂਚ ਭਰ ਕੇ ਪਾਣੀ ਪੀ ਕੇ ਲੈ ਜਾਵੇਗੀ ਤੇ ਨਦੀ ਵਿੱਚੋਂ ਜਿਹੜਾ ਪਾਣੀ ਹੈ ਉਹ ਕਟੇਗਾ ਨਹੀਂ, ਉਹ ਬਿਲਕੁਲ ਨਹੀਂ ਕਟੇਗਾ। ਤੇ ਇਸ ਤਰ੍ਹਾਂ ਦਾਨ ਦੇ ਨਾਲ ਜਿਹੜਾ ਤਨ ਹੈ ਉਹ ਕੱਟਦਾ ਨਹੀਂ। ਤੇ ਇਹ ਭਗਤ ਕਬੀਰ ਜੀ ਕਹਿ ਗਏ ਹਨ। ਤੇ ਇਸ ਦੋਹੇ ਦਾ ਇਹ ਅਰਥ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਕਿਸ਼ੋਰ ਆ ਜਾਂਦਾ ਹੈ। ਤੇ ਕਿਸ਼ੋਰ ਰਾਮ ਪਿਆਰੀ ਅਤੇ ਹਰੀਚੰਦ ਦਾ ਪੁੱਤਰ ਹੈ ਤੇ ਉਹ ਨਵੇਂ ਖਿਆਲਾਂ ਵਾਲਾ ਮੁੰਡਾ ਹੈ ਤੇ ਸਾਧੂਆਂ ਨੂੰ ਮੰਨਦਾ ਨਹੀਂ ਹੈ। ਤੇ ਉਹ ਸਾਧੂਆਂ ਨੂੰ ਦੇਖਦਾ ਤੇ ਆਪਣੇ ਮਾਪਿਆਂ ਨੂੰ ਕਹਿੰਦਾ ਕਿ ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਓ, ਇਹ ਵੇਲੇ ਨਿਕੰਮੇ ਹਨ, ਮੁਫਤ ਖਾਣ ਵਾਲੇ ਹਨ। ਤੇ ਉਹ ਸਾਧੂਆਂ ਨੂੰ ਕਹਿੰਦਾ ਕਿ ਤੁਸੀਂ ਦੋਵੇਂ ਇੱਥੋਂ ਨਿਕਲੋ। ਤੇ ਉਹ ਐਵੇਂ ਕਹਿੰਦਾ ਹੈ ਕਿ ਦੋ ਮੁਲਜ਼ਮ ਭੱਜੇ ਹੋਏ ਹਨ, ਇੱਕ ਦਾ ਹੁਲੀਆ ਸਾਧੂ ਦੇ ਨਾਲ ਮਿਲਦਾ ਤੇ ਉਸ ਨੂੰ ਇਹ ਲੱਗਦਾ ਕਿ ਜਿਹੜੇ ਸਾਧੂ ਹਨ ਉਹ ਭੱਜੇ ਹੋਏ ਮੁਲਜ਼ਮ ਹਨ। ਤੇ ਦੋਸਤੋ ਹੁਣ ਅਸੀਂ ਇਹ ਦੇਖਿਆ ਕਿ ਕਿਵੇਂ ਇੱਕ ਪਾਸੇ ਜਿਹੜਾ ਕਿਸ਼ੋਰ ਹੈ ਉਹ ਸਾਧੂਆਂ ਦਾ ਸਤਿਕਾਰ ਨਹੀਂ ਕਰਦਾ, ਉਹਨਾਂ ਨੂੰ ਘਰੋਂ ਜਾਣ ਲਈ ਕਹਿੰਦਾ, ਤੇ ਦੂਜੇ ਪਾਸੇ ਰਾਮ ਪਿਆਰੀ ਅਤੇ ਹਰੀਚੰਦ ਸਾਧੂਆਂ ਦਾ ਬਹੁਤ ਸਤਿਕਾਰ ਕਰਦੇ ਹਨ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਰਾਮ ਪਿਆਰੀ ਸਾਧੂਆਂ ਨੂੰ ਭੋਜਨ ਕਰਨ ਲਈ ਕਹਿੰਦੀ ਹੈ ਤੇ ਮਦਨ ਨੂੰ ਕਹਿੰਦੀ ਕਿ ਕਾਕਾ ਮਦਨ ਤੂੰ ਵੀ ਸੰਤਾਂ ਦੇ ਦਰਸ਼ਨ ਕਰ ਲੈ। ਤੇ ਹੁਣ ਸਾਧੂ ਤੇ ਮਦਨ ਦੇ ਵਿਚਕਾਰ ਇਹ ਗੱਲਬਾਤ ਚੱਲ ਰਹੀ ਤੇ ਹੁਣ ਸਾਧੂ ਤੇ ਮਦਨ ਦੇ ਵਿਚਕਾਰ ਇਹ ਗੱਲਬਾਤ ਚੱਲ ਰਹੀ ਹੈ ਤੇ ਸਾਧੂ ਮਦਨ ਨੂੰ ਪੁੱਛਦਾ ਵੀ ਤੇਰੀ ਉਮਰ ਕਿੰਨੀ ਹੈ? ਤੇ ਮਦਨ ਕਹਿੰਦਾ 32 ਸਾਲ। ਤੇ ਸਾਧੂ ਮਦਨ ਨੂੰ ਕਹਿੰਦਾ ਕਿ ਇਸ ਉਮਰ ਵਿੱਚ ਤੈਨੂੰ ਸੱਟ ਲੱਗਣੀ ਚਾਹੀਦੀ ਹੈ। ਤੇ ਮਦਨ ਕਹਿੰਦਾ ਕਿ ਹਾਂ ਮੈਂ ਪੌੜੀਆਂ ਤੋਂ ਡਿੱਗ ਪਿਆ ਸੀ ਤੇ ਮੇਰੇ ਮੱਥੇ ਦੇ ਸਿਰ ਤੇ ਸੱਟ ਲੱਗੀ ਹੋਈ ਹੈ। ਤੇ ਸਾਧੂ ਮਦਨ ਨੂੰ ਕਹਿੰਦਾ ਕਿ ਜਿਹੜਾ ਤੁਹਾਡਾ ਕਸ਼ਟ ਹੈ ਉਹ ਦੂਰ ਹੋਣ ਵਾਲਾ ਹੈ ਤੇ ਦੌਰਾ ਵੀ ਸਮਾਪਤ ਹੋਣ ਵਾਲਾ ਹੈ। ਤੇ ਉਸ ਤੋਂ ਬਾਅਦ ਸਾਧੂ ਮਦਨ ਨੂੰ ਮੌਨ ਤਾਰੀ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਕਿ ਇਸ ਸਾਧੂ ਨੂੰ ਨਮਸਕਾਰ ਕਰੋ, ਇਹ ਬਹੁਤ ਹੀ ਕਰਨੀ ਵਾਲਾ ਵੀ ਮੌਨ ਤਾਰੀ ਬਹੁਤ ਹੀ ਕਰਨੀ ਵਾਲਾ। ਤੇ ਉਸ ਤੋਂ ਬਾਅਦ ਜਿਹੜਾ ਕਿਸ਼ੋਰ ਹੈ ਉਹ ਅਖਬਾਰ ਲੈ ਕੇ ਆ ਜਾਂਦਾ ਤੇ ਉਹ ਦਿਖਾਉਂਦਾ ਕਿ ਦੋ ਮੁਲਜ਼ਮ ਭੱਜੇ ਹੋਏ ਹਨ, ਇੱਕ ਦਾ ਚਿਹਰਾ ਸਾਧੂ ਨਾਲ ਮਿਲਦਾ। ਤੇ ਉਸ ਤੋਂ ਬਾਅਦ ਸਾਧੂ ਕਹਿੰਦਾ ਕਿ ਸੰਤ ਕੀ ਮਹਿਮਾ ਕੋਈ ਵਿਰਲਾ ਜਾਣੇ, ਕਿ ਅਸੀਂ ਸੰਤ ਆ ਕਿ ਸੰਤ ਕੀ ਮਹਿਮਾ ਕੋਈ ਵਿਰਲਾ ਹੀ ਜਾਣੇ। ਤੇ ਉਸ ਤੋਂ ਬਾਅਦ ਕਿਸ਼ੋਰ ਜਵਾਬ ਦਿੰਦਾ ਕਿ ਸੰਤ ਕੀ ਮਹਿਮਾ ਪੁਲਿਸ ਪਛਾਣੇ। ਤੇ ਕਿਸ਼ੋਰ ਪੁਲਿਸ ਬੁਲਾਉਣ ਚਲਾ ਜਾਂਦਾ ਤੇ ਸਾਧੂਆਂ ਨੂੰ ਫਰਾਉਣ ਲਈ ਕਿਸ਼ੋਰ ਪੁਲਿਸ ਬੁਲਾਉਣ ਜਾਣ ਵਾਲਾ ਤੇ ਹਰੀਚੰਦ ਕਿਸ਼ੋਰ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਕਿਸ਼ੋਰ ਰੁਕਦਾ ਨਹੀਂ ਤੇ ਪੁਲਿਸ ਬੁਲਾਉਣ ਚਲਾ ਜਾਂਦਾ। ਤੇ ਉਸ ਤੋਂ ਬਾਅਦ ਕੀ ਹੁੰਦਾ, ਜਿਹੜਾ ਮਦਨ ਹੈ ਉਹ ਪੁਲਿਸ ਤੋਂ ਤਾਂ ਆਪ ਹੀ ਭੱਜਿਆ ਹੋਇਆ ਤੇ ਮਦਨ ਵੀ ਜਾਣ ਲੱਗਦਾ। ਤੇ ਇਸ ਤੋਂ ਬਾਅਦ ਸਾਧੂ ਮਦਨ ਨੂੰ ਫੜ ਲੈਂਦਾ ਤੇ ਕਹਿੰਦਾ ਕਿੱਥੇ ਜਾਂਦਾ ਬੱਚੂ? ਤੇ ਮੌਨ ਤਾਰੀ ਵੱਲ ਇਸ਼ਾਰਾ ਕਰਕੇ ਕਹਿੰਦਾ ਸ਼ਨਾਖਤੀ ਦਾਗ ਵੀ ਪਹਿਚਾਣ ਦਾ ਦਾਗ ਮੱਥੇ ਉੱਤੇ ਹੈ। ਤੇ ਮਦਨ ਦੀ ਪੱਟੀ ਖੋਲ ਦਿੰਦਾ ਤੇ ਮੌਨ ਤਾਰੀ ਵੱਲ ਇਸ਼ਾਰਾ ਕਰਦਾ ਕਿ ਸ਼ਨਾਖਤੀ ਦਾਗ ਇਸ ਦੇ ਮੱਥੇ ਉੱਤੇ ਹੀ ਹੈ। ਤੇ ਹੁਣ ਹੋਇਆ ਕੀ ਹੈ? ਤੇ ਅਸਲ ਵਿੱਚ ਗੱਲ ਹੈ ਕਿ ਜਿਹੜੇ ਦੋ ਸਾਧੂ ਹੈਗੇ ਹਨ ਉਹ ਪੁਲਿਸ ਵਾਲੇ ਹੈਗੇ ਹਨ ਤੇ ਉਹਨਾਂ ਦਾ ਕੀ ਮਕਸਦ ਹੈ? ਉਹ ਇੱਕ ਮੁਲਜ਼ਮ ਮਦਨ ਨੂੰ ਫੜਨ ਆਏ ਹੋਏ ਹਨ ਤੇ ਮਦਨ ਦੀ ਕੀ ਪਹਿਚਾਣ ਹੈ ਕਿ ਉਸਦੇ ਸਿਰ ਤੇ ਸੱਟ ਲੱਗੀ ਹੋਈ ਹੈ। ਤੇ ਪਹਿਲਾਂ ਉਹ ਪਹਿਚਾਣ ਕਰਨਗੇ ਤੇ ਉਸ ਤੋਂ ਬਾਅਦ ਉਸ ਨੂੰ ਫੜਨਗੇ। ਤੇ ਹੁਣ ਉਹਨਾਂ ਨੇ ਪਹਿਚਾਣ ਕਰ ਲਈ ਤੇ ਫੜ ਵੀ ਲਿਆ। ਤੇ ਉਸ ਤੋਂ ਬਾਅਦ ਜਿਹੜਾ ਸਾਧੂ ਹੈ ਉਹ ਮਦਨ ਨੂੰ ਕਹਿੰਦਾ ਹੈ ਕਿ 100 ਦਿਨ ਚੋਰ ਦੇ 1 ਦਿਨ ਸਾਧ ਦਾ। ਤੇ ਹੁਣ ਇਸ ਤੋਂ ਬਾਅਦ ਮੌਨ ਤਾਰੀ ਜੋ ਹੁਣ ਤੱਕ ਬੋਲਿਆ ਹੀ ਨਹੀਂ ਉਹ ਰਿਵਾਲਵਰ ਤਾਣ ਦਿੰਦਾ ਮਦਨ ਤੇ ਆਪਣੀ ਨਕਲੀ ਦਾੜੀ ਉਤਾਰ ਦਿੰਦਾ ਤੇ ਕਹਿੰਦਾ ਖਬਰਦਾਰ ਹਿਲੋ ਮਤ, ਮੈਂ ਇੰਸਪੈਕਟਰ ਦੀਪ ਚੰਦ। ਤੇ ਦੂਜੇ ਸਾਧੂ ਨੂੰ ਕਹਿੰਦਾ ਹਵਲਦਾਰ ਜਾਣੇ ਨਾ ਪਾਏ ਮੁਲਜ਼ਮ। ਤੇ ਮਦਨ ਕਹਿੰਦਾ ਕਿ ਮੈਂ ਮਾਰਿਆ ਗਿਆ। ਤੇ ਇਸ ਤਰ੍ਹਾਂ ਜਿਹੜੀ ਪੁਲਿਸ ਹੈ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਮੁਲਜ਼ਮ ਮਦਨ ਨੂੰ ਫੜ ਲੈਂਦੀ ਹੈ। ਤੇ ਦੋਸਤੋ ਐਸੀ ਕਿ ਬਹੁਤ ਹੀ ਵਧੀਆ ਇਕਾਂਗੀ ਜਿਸ ਦਾ ਨਾਮ ਮੌਨ ਤਾਰੀ। ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਇਕਾਂਗੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਤੇ ਹੁਣ ਅਸੀਂ ਗੱਲ ਕਰਾਂਗੇ ਇਸ ਇਕਾਂਗੀ ਦੇ ਵਿਸ਼ੇ ਦੀ ਤੇ ਇਸ ਇਕਾਂਗੀ ਦਾ ਕੀ ਵਿਸ਼ਾ ਹੈ ਤੇ ਇਸ ਇਕਾਂਗੀ ਵਿੱਚ ਕਿਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ। ਤੇ ਹੁਣ ਅਸੀਂ ਇਹ ਦੇਖਿਆ ਕਿ ਇਸ ਇਕਾਂਗੀ ਵਿੱਚ 3 ਚੀਜ਼ਾਂ ਦਾ ਪ੍ਰਗਟਾਵਾ ਕੀਤਾ ਗਿਆ। ਇੱਕ ਤੇ ਵਹਿਮਾਂ ਭਰਮਾਂ ਦੀ ਸਮੱਸਿਆ ਦਾ ਪ੍ਰਗਟਾਵਾ ਕੀਤਾ ਗਿਆ ਕਿ ਜਿਹੜਾ ਹਰੀਚੰਦ ਹੈ ਤੇ ਉਸ ਦੀ ਪਤਨੀ ਰਾਮ ਪਿਆਰੀ ਹੈ, ਦੋਹਾਂ ਵਿੱਚ ਵਹਿਮਾਂ ਭਰਮਾਂ ਦੀ ਸਮੱਸਿਆ ਤੇ ਉਹ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਦੇ ਹਨ। ਦੂਜਾ ਗਬਨ ਕਰਨ ਵਾਲਿਆਂ ਦੇ ਚਰਿੱਤਰ ਨੂੰ ਪੇਸ਼ ਕੀਤਾ ਗਿਆ ਕਿ ਜਿਵੇਂ ਕਿ ਮਦਨ ਦੇ ਚਰਿੱਤਰ ਨੂੰ ਪੇਸ਼ ਕੀਤਾ ਗਿਆ ਤੇ ਪੁਲਿਸ ਦੀ ਸਫਲ ਕਾਰਗੁਜ਼ਾਰੀ ਕਿ ਪੁਲਿਸ ਨੇ ਕਿਸ ਤਰ੍ਹਾਂ ਕੇਸ ਸੋਲਵ ਕੀਤਾ, ਸਾਧੂਆਂ ਦੇ ਵੇਸ ਵਿੱਚ ਆਪਣੇ ਮਕਸਦ ਵਿੱਚ ਕਾਮਯਾਬ ਹੋਈ ਤੇ ਮੁਲਜ਼ਮ ਮਦਨ ਨੂੰ ਫੜ ਲਿਆ। ਤੇ ਇਹਨਾਂ ਗੱਲਾਂ ਦਾ ਇਸ ਇਕਾਂਗੀ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ। ਤੇ ਦੋਸਤੋ ਐਸੇ ਕਿ ਇਕਾਂਗੀ ਮੌਨ ਤਾਰੀ, ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਇਕਾਂਗੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਉਸ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।